ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 5ਵੇਂ ਭਾਗ ਵਿੱਚ ਸੁਣੋ ਟਾਈਟੈਨਿਕ ਨੂੰ ਕਿਵੇਂ ਡੋਬਿਆ ਗਿਆ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਹਾਨ ਤੈਰਦਾ ਮਹੱਲ ਸੀ ਟਾਈਟੈਨਿਕ, ਜਿਸ ਨੂੰ ਪਹਿਲੀ ਹੀ ਤੈਰੀ ਸਮੇਂ ਡੋਬ ਦੇਣ ਦਾ ਫੈਸਲਾ ਉਸ ਦੇ ਬਣਾਉਣ ਤੋਂ ਵੀ ਪਹਿਲਾਂ ਨਿਸ਼ਚਿਤ ਕੀਤਾ ਜਾ ਚੁੱਕਾ ਸੀ। ਅਕਸ਼ਨਾਜੀ ਚਾਨਣ ਬਰਦਾਰ ਬੈਂਕਰਾਂ ਲਈ ਅਜਿਹਾ ਸੰਭਵ ਕਰਨਾ ਖੱਬੇ ਹੱਥ ਦੀ ਖੇਡ ਸੀ। ਟਾਈਟੈਨਿਕ ਦੇ ਭਿਆਨਕ ਹਾਦਸੇ ਦਾ ਟੀਚਾ ਸੀ ਨਿੱਜੀ ਬੈਂਕਕਾਰੀ ਦੇ ਅੰਦਰ ਰਾਹ ਵਿੱਚ ਅੜਦੇ ਕੁਝ ਸ਼ਕਤੀਸ਼ਾਲੀ ਬੈਂਕਰਾਂ ਦਾ ਇੱਕੋ ਝਟਕੇ ਨਾਲ ਖਾਤਮਾ ਕਰਨਾ। ਅਕਸ਼ਨਾਜੀ ਯਹੂਦੀ ਬੈਂਕਰਾਂ ਦਾ ਯਹੂਦੀਆਂ ਦੇ ਨਾਲ ਦੂਰੋਂ ਪਾਰੋਂ ਵੀ ਕੋਈ ਧਾਰਮਿਕ ਵਾਸਤਾ ਨਹੀਂ ਸੀ, ਪਰ ਰੌਥਚਾਈਲਡ ਘਰਾਣਾ ਰੋਮਨ ਕੈਥੋਲਿਕ ਪੌਪ ਅਤੇ ਉਸ ਦੇ ਖਜ਼ਾਨੇ ਦੇ ਨਾਲ ਗਾੜਾ ਸੰਬੰਧ ਰੱਖਦਾ ਸੀ। ਹੁਸ਼ਿਆਰ ਯਹੂਦੀ ਬੈਂਕਰਾਂ ਨੂੰ ਰੋਮਨ ਕੈਥੋਲਿਕ ਸਮਾਜ ਬਾਰੇ ਗੂੜ੍ਹੀ ਵਾਕਫੀ ਸੀ। ਪੋਪ ਤਾਂ ਉਹਨਾਂ ਲਈ ਇੱਕ ਸਿੱਧਾ ਸਾਦਾ ਵਿਅਕਤੀ ਸੀ, ਜੋ ਕੁੱਲ ਦੁਨੀਆ ਦੇ ਯਹੂਦੀਆਂ ਲਈ ਮਹਾਰਾਜਾ ਸੀ, ਜਿਸ ਦੇ ਪਰਮਾਤਮਾ ਨਾਲ ਸਿੱਧੇ ਸੰਬੰਧ ਸਨ ਅਤੇ ਜਿਸ ਦੇ ਮੂੰਹੋਂ ਨਿਕਲਿਆ ਕੋਈ ਵੀ ਫਰਮਾਨ ਇਲਾਹੀ ਹੁਕਮ ਸੀ। ਪੋਪ ਤੋਂ ਹੇਠਾਂ ਚੱਲਦੀ ਵਿਸ਼ਾਲ ਲੜੀ ਅੰਦਰ ਇੱਕ ਪਾਦਰੀ ਦੀ ਖਾਸ ਹਸਤੀ ਹੁੰਦੀ ਸੀ। ਉਹ ਪਾਦਰੀ ਯਹੂਦੀ ਮਤ ਅੰਦਰ ਜ਼ਿੰਮੇਵਾਰੀ ਸੰਭਾਲਣ ਵੇਲੇ ਕੁਝ ਇੰਜ ਦੀ ਸਹੁੰ ਖਾਂਦਾ ਸੀ, ਮੈਂ ਆਪਣੇ ਆਪ ਨੂੰ ਇੱਕ ਲੋਥ ਸਮਝਾਂਗਾ, ਜਿਸ ਦੀ ਨਾ ਕੋਈ ਸਮਝ ਹੈ ਨਾ ਹੀ ਇਰਾਦਾ, ਜਿਸ ਦੇ ਨਿੱਕੇ ਸਲੀਬ ਨੂੰ ਉਸ ਦੇ ਹੁਕਮ ਅੰਦਰ ਜਿੱਧਰ ਮਰਜ਼ੀ ਘੁਮਾਇਆ ਜਾਵੇ, ਜਾਂ ਉਹ ਕਿਸੇ ਬਜ਼ੁਰਗ ਦੇ ਹੱਥਾਂ ਵਿੱਚ ਲਾਠੀ ਬਣ ਜਾਵੇ, ਜਿਸ ਨੂੰ ਉਹ ਜਿਵੇਂ ਭਾਵੇਂ ਵਰਤ ਲਵੇ। ਇਸ ਸਹੁੰ ਦੇ ਨਾਲ ਉਹ ਮਰਦੇ ਦਮ ਤੱਕ ਮਾਲਕ ਦਾ ਗੁਲਾਮ ਹੋ ਜਾਂਦਾ ਸੀ। ਟਾਈਟੈਨਿਕ ਉੱਤੇ ਇੱਕ ਫਿਲਮ ਵੀ ਬਣੀ ਹੋਈ ਹੈ, ਜਿਸ ਨੂੰ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਨੇ ਵੇਖਿਆ ਹੋਇਆ ਹੈ ਅਤੇ ਬਹੁਤ ਪ੍ਰਭਾਵਿਤ ਹੋਏ ਹਨ। ਟਾਈਟੈਨਿਕ ਦਾ ਕਪਤਾਨ ਸੀ ਐਡਵਰਡ ਸਮਿਥ। 26 ਸਾਲਾਂ ਤੋਂ ਬਰਫਾਨੀ ਸਮੁੰਦਰਾਂ ਦੇ ਵਿੱਚੋਂ ਜਹਾਜ਼ਾਂ ਨੂੰ ਸੁਰੱਖਿਆ ਦੇ ਨਾਲ ਲਿਜਾਣ ਵਾਲਾ ਮਹਾਨ ਤਜਰਬੇਕਾਰ ਵਿਅਕਤੀ। ਇਸ ਵੇਲੇ ਇਹ ਜਾਣਨ ਦੀ ਲੋੜ ਹੈ ਕਿ ਐਡਵਰਡ ਸਮਿਥ ਨੇ ਵੀ ਉੱਪਰ ਲਿਖੀ ਸਹੁੰ ਖਾਧੀ ਹੋਈ ਸੀ। ਉਹ ਇਸ ਸਹੁੰ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਸੀ, ਆਪਾ ਵੀ ਵਾਰ ਸਕਦਾ ਸੀ। ਪਿਛਲੇ 100-200 ਸਾਲਾਂ ਦੇ ਅੰਦਰ ਕਈ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਨੇ ਹੈਰਾਨ ਅਤੇ ਉਦਾਸ ਹੀ ਨਹੀਂ ਕੀਤਾ, ਬਲਕਿ ਦਿਲਾਂ ਨੂੰ ਕੰਬਾ ਦਿੱਤਾ। ਇਨ੍ਹਾਂ ਵਿੱਚੋਂ 2 ਉੱਘੀਆਂ ਘਟਨਾਵਾਂ ਨੇ ਨਿਊਯਾਰਕ ਅੰਦਰ ਵਰਲਡ ਟ੍ਰੇਡ ਸੈਂਟਰ ਦੀ ਤਬਾਹੀ ਅਤੇ ਟਾਈਟੈਨਿਕ ਜਹਾਜ਼ ਦਾ ਸਮੁੰਦਰ ਵਿੱਚ ਗਰਕਣਾ। ਟੀਵੀ ਅਤੇ ਮੀਡੀਆ ਨੇ ਨਿਊਯਾਰਕ ਘਟਨਾ ਦੀ ਜ਼ਿੰਮੇਵਾਰੀ ਮੱਧ ਏਸ਼ੀਆ ਦੇ ਮੁਸਲਮਾਨ ਅਰਬਾਂ ਉੱਤੇ ਥੋਪੀ, ਪਰ ਇੰਟਰਨੈਟ ਦੇ ਸਾਇੰਸੀ ਯੁੱਗ ਵਿੱਚ ਝੱਟ ਹੀ ਖਬਰ ਨਿਕਲ ਗਈ ਕਿ ਇਹ ਕਾਰਨਾਮਾ ਉਹਨਾਂ ਦਾ ਸੀ ਜਿਨ੍ਹਾਂ ਦਾ ਨੇਤਾ ਸੀ ਪ੍ਰਧਾਨ ਬੁਸ਼। ਕੁੱਲ ਦੁਨੀਆ ਨੂੰ ਜੋੜੇ ਟਾਵਰਾਂ ਦੇ ਡਿੱਗਣ ਦਾ ਭੇਦ ਪਤਾ ਹੈ। ਕੰਟਰੋਲਡ ਡੈਮੋਲੀਸ਼ਨ ਭਾਵ ਕਾਬੂ ਹੇਠ ਇਮਾਰਤ ਗਿਰਾਈ। ਜਾਣਕਾਰਾਂ ਦੀ ਗਿਣਤੀ ਨਿੱਤ ਵੱਧਦੀ ਜਾ ਰਹੀ ਹੈ। ਇਸ ਹਾਦਸੇ ਦੇ ਟਾਕਰੇ ਉੱਤੇ ਟਾਈਟੈਨਿਕ ਹਾਦਸੇ ਦੀ ਜਾਣਕਾਰੀ ਬਹੁਤ ਘੱਟ ਹੈ। ਆਓ ਵੇਖੀਏ ਇਹ ਅਸੰਭਵ ਹਾਦਸਾ ਜੋ ਸੱਚਮੁੱਚ ਹੋਇਆ ਕਿਸ ਨੇ ਕਰਵਾਇਆ। 1830 ਤੋਂ ਲੈ ਕੇ 20ਵੀਂ ਸਦੀ ਦੇ ਸ਼ੁਰੂ ਤੱਕ ਅਮਰੀਕਾ ਅੰਦਰ ਕੋਈ ਕੇਂਦਰੀ ਬੈਂਕ ਨਹੀਂ ਸੀ। ਯਹੂਦੀ ਬੈਂਕਰਾਂ ਦੀਆਂ ਇਹ ਸੋਚ ਕੇ ਰਾਲਾਂ ਵਗਦੀਆਂ ਸਨ ਕਿ ਕਿਵੇਂ ਨਾ ਕਿਵੇਂ ਮਹਾਨ ਅਮਰੀਕਾ ਦੀ ਬੈਂਕਕਾਰੀ ਦਾ ਖਜ਼ਾਨਾ ਉਹਨਾਂ ਦੇ ਹੱਥ ਆ ਜਾਵੇ, ਜਿਸ ਨੂੰ ਉਹ ਕੁੱਲ ਦੁਨੀਆ ਅੰਦਰ ਆਪਣੇ ਕਾਰਨਾਮਿਆਂ ਅਤੇ ਜੰਗਾਂ ਲਈ ਵਰਤ ਸਕਣ। 1910 ਵਿੱਚ ਅਮਰੀਕਨ ਜਾਰਜੀਆ ਸਟੇਟ ਦੇ ਸਾਹਿਲ ਕੋਲ ਜੈਕਲ ਟਾਪੂ ਵਿੱਚ 7 ਵਿਅਕਤੀਆਂ ਦੀ ਮੁਲਾਕਾਤ ਹੋਈ, ਜੋ ਜੇਪੀ ਮਾਰਗਨ ਅਤੇ ਰੌਥਚਾਈਲਡ ਦੇ ਯੂਰਪੀ ਘਰਾਣਿਆਂ ਦੇ ਨੁਮਾਇੰਦੇ ਸਨ। ਇਹ ਤਾਂ ਅਸੀਂ ਜਾਣਦੇ ਹਾਂ ਕਿ ਰੌਥਚਾਈਲਡ ਪੌਪ ਦੇ ਵਿਸ਼ਵ ਦੇ ਜਸੂਹੀ ਖਜ਼ਾਨੇ ਦੇ ਵੀ ਬੈਂਕਰ ਸਨ। ਬੈਂਕਰ ਮਾਰਗਨ 1857 ਤੋਂ ਰੌਥਚਾਈਲਡਾਂ ਦੇ ਉਦੋਂ ਤੋਂ ਦੋਸਤ ਸਨ ਜਦੋਂ ਉਹਨਾਂ ਨੂੰ ਬੈਂਕ ਆਫ ਇੰਗਲੈਂਡ ਨੇ ਦੀਵਾਲੀਆ ਹੋਣ ਤੋਂ ਬਚਾਇਆ ਸੀ। ਰੌਥਚਾਈਲਡ ਦੀ ਮੁੱਠੀ ਵਿੱਚ ਸੀ ਬੈਂਕ ਆਫ ਇੰਗਲੈਂਡ। ਮਾਰਗਨ ਉਦੋਂ ਤੋਂ ਹੀ ਆਪਣਾ ਸ਼ੁੱਧ ਅਮਰੀਕੀ ਚਿਹਰਾ ਲੈ ਕੇ ਰੌਥਚਾਈਲਡਾਂ ਦੇ ਵਿੱਤੀ ਏਜੰਟਾਂ ਵਾਂਗ
ਅਮਰੀਕਾ ਅੰਦਰ ਕੰਮ ਕਰ ਰਹੇ ਸਨ। ਰਾਕਫੈਲਰ ਵੀ ਇਸੇ ਹੀ ਰਸਤੇ ਸੀ, ਜਿਸ ਦੇ ਨਾਲ ਝਗੜਾ ਕਰਨ ਦੀ ਥਾਂ ਨਾਲ ਹੀ ਆੜੀ ਬਣਾ ਲਿਆ ਗਿਆ। ਅਖੀਰ ਫੈਡਰਲ ਰਿਜ਼ਰਵ ਨੂੰ ਇਹਨਾਂ ਦੋਸਤਾਂ ਨੇ ਕਾਬੂ ਕਰ ਲਿਆ। 3 ਯਹੂਦੀ ਬੈਂਕਕ ਘਰਾਣੇ ਰਾਕਫੈਲਰ, ਮਾਰਗਨ ਅਤੇ ਰਾਉਥਚਾਈਲਡ ਅਕਸਨਾਜੀ ਯਹੂਦੀ ਹੁੰਦਿਆਂ ਵੀ ਜਾਸੂਸੀ ਹੁਕਮਾਂ ਹੇਠ ਚੱਲਦੇ ਜਾਪਦੇ ਸਨ। ਇਹਨਾਂ ਦੀਆਂ ਜਥੇਬੰਦੀਆਂ ਜਾਸੂਸੀਆਂ ਦੇ ਨਾਲ ਭਰੀਆਂ ਹੋਈਆਂ ਸਨ। 20ਵੀਂ ਸਦੀ ਵਿੱਚ ਇਹਨਾਂ ਜਾਸੂਸੀ ਗੁੱਟਾਂ ਦੀ ਬੇਅੰਤ ਚੜ੍ਹਤ ਹੁੰਦੀ ਰਹੀ ਹੈ। ਇਹਨਾਂ ਨੇ ਅਮਰੀਕਨ ਦੌਲਤ ਨੂੰ ਖੂਬ ਉਜਾੜਿਆ ਹੈ ਅਤੇ ਇਸੇ ਸਨੇਹੀ ਦੇਸ਼ ਦੀ ਸ਼ਹਿਰੀ ਆਜ਼ਾਦੀ ਉੱਤੇ ਲਗਾਤਾਰ ਹਮਲਾ ਕੀਤਾ ਹੈ। ਹੁਣ ਆਈਏ ਟਾਈਟੈਨਿਕ ਵੱਲ। ਇਹ ਜਹਾਜ਼ 1909 ਵਿੱਚ ਉੱਤਰੀ ਆਇਰਲੈਂਡ ਦੀ ਰਾਜਧਾਨੀ ਬੈਲਫਾਸਟ ਵਿੱਚ ਬਣਨਾ ਸ਼ੁਰੂ ਹੋਇਆ। ਬੈਲਫਾਸਟ ਪ੍ਰੋਟੈਸਟਾਂ ਦਾ ਗੜ੍ਹ ਸੀ, ਜਿਨ੍ਹਾਂ ਨਾਲ ਜਾਸੂਸੀਆਂ ਦੀ ਖੜਕਦੀ ਸੀ। ਇੱਕ ਇੰਟਰਨੈਸ਼ਨਲ ਜਹਾਜ਼ੀ ਕੰਪਨੀ ਸੀ ਵਾਈਟ ਸਟਾਰ ਲਾਈਨ। ਟਾਈਟੈਨਿਕ ਇਸੇ ਦਾ ਹੀ ਇੱਕ ਜਹਾਜ਼ ਸੀ। ਮਾਰਗਨ ਨਿਰੇ ਬੈਂਕਰ ਹੀ ਨਹੀਂ ਸਨ, ਉਹਨਾਂ ਦੀਆਂ ਜਰਮਨੀ ਵਿੱਚ 2 ਸ਼ਿਪਿੰਗ ਲਾਈਨਜ਼ ਵੀ ਸਨ। ਇੰਗਲੈਂਡ ਅੰਦਰ 2 ਸ਼ਿਪਿੰਗ ਲਾਈਨਾਂ ਵਿੱਚੋਂ ਇੱਕ ਵਾਈਟ ਸਟਾਰ ਲਾਈਨ ਮਾਰਗਨਾਂ ਦੀ ਹੀ ਸੀ। ਮਾਰਗਨ ਰਾਕਫੈਲਰ, ਰਾਉਥਚਾਈਲਡਾਂ ਦੇ ਸਾਹਮਣੇ ਬੜੇ ਤਾਕਤਵਰ ਧਨਾੜ ਸਨ, ਜੋ ਫੈਡਰਲ ਰਿਜ਼ਰਵ ਅਮਰੀਕੀ ਖਜ਼ਾਨੇ ਨੂੰ ਨਿੱਜੀਕਰਨਾਂ ਦੇ ਖਿਆਲਾਂ ਦੀ ਵਿਰੋਧਤਾ ਕਰਦੇ ਸਨ। ਰਾਉਥਚਾਈਲਡ ਦੇ ਇਸ਼ਾਰੇ ਤੇ ਜਾਸੂਸੀਆਂ ਨੇ ਮਾਰਗਨ ਨੂੰ ਹੁਕਮ ਕੀਤਾ ਕਿ ਉਹ ਇੱਕ ਅਜਿਹਾ ਨਾ ਡੁੱਬ ਸਕਣ ਵਾਲਾ ਜਹਾਜ਼ ਬਣਾਉਣ, ਜਿਸ ਦੇ ਰਾਹੀਂ ਉਹ ਕੁੱਲ ਵਿਰੋਧੀਆਂ ਦਾ ਇੱਕੋ ਹੀ ਝਟਕੇ ਨਾਲ ਖਾਤਮਾ ਕਰ ਸਕਣ। ਇਹਨਾਂ ਵਿਰੋਧੀਆਂ ਨੂੰ ਅਜਿਹੇ ਢੰਗ ਨਾਲ ਮਾਰ ਮੁਕਾਉਣਾ ਸੀ ਕਿ ਕਿਸੇ ਨੂੰ ਜਾਸੂਸੀਆਂ ਦੀ ਗੋਂਦ ਦੀ ਭਿਣਕ ਤੱਕ ਨਾ ਪਵੇ। ਇਸੇ ਲਈ ਅਮਰੀਕਾ ਵੱਲ ਜਾਣ ਵਾਲਿਆਂ ਵਿੱਚ ਫਰਾਂਸ, ਇਟਲੀ ਅਤੇ ਆਇਰਲੈਂਡ ਤੋਂ ਰੋਮਨ ਕੈਥੋਲਿਕ ਜਾਸੂਸੀਆਂ ਨੂੰ ਵੀ ਨਾਲ ਹੀ ਬਲੀ ਚਾੜਨਾ ਸੀ। ਬੈਲਫਾਸਟ ਤੋਂ ਪ੍ਰੋਟੈਸਟ ਫਿਰਕੇ ਵਾਲਿਆਂ ਨੂੰ ਵੀ ਨਾਲ ਚੱਲਣ ਦਾ ਸੱਦਾ ਦਿੱਤਾ ਗਿਆ। ਕੁੱਲ ਧਨਾੜ ਅਤੇ ਤਾਕਤਵਰ, ਜਿਨ੍ਹਾਂ ਤੋਂ ਜਾਸੂਸੀਆਂ ਨੇ ਮੁਕਤੀ ਪਾਉਣੀ ਸੀ, ਇਸ ਸਮੁੰਦਰੀ ਸੈਰ ਕਰੂਜ਼ ਲਈ ਸੱਦਾ ਭੇਜਿਆ ਗਿਆ। ਨਾਮਵਰ ਲੋਕਾਂ ਵਿੱਚ ਸਨ ਬੈਂਜਮਨ ਮਗਨਹਾਈਮ, ਈਸਾਡੋਰ ਸਟਰਾਸ, ਮੇਸੀ ਸਟੋਰ ਦਾ ਮਾਲਕ ਅਤੇ ਜੈਕਬ ਐਸਟਰ। ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਧਨਾੜ ਇਨਸਾਨ। ਉਸ ਸਮੇਂ ਇਹਨਾਂ ਤਿੰਨਾਂ ਦੀ ਮਲਕੀਅਤ $500 ਮਿਲੀਅਨ ਤੋਂ ਵੱਧ ਸੀ। ਇਹਨਾਂ ਤਿੰਨਾਂ ਨੂੰ ਕਈ ਪਾਸਿਆਂ ਤੋਂ ਸਲਾਹ ਦਵਾਈ ਗਈ, ਸੱਦੇ ਦਿੱਤੇ ਗਏ ਕਿ ਉਹ ਇਸ ਤੈਰਦੇ ਮਹੱਲ ਦੀ ਸ਼ੁਰੂਆਤੀ ਸੈਰ ਜ਼ਰੂਰ ਕਰਨ। ਘਾਤੀ ਬੈਂਕਰਾਂ ਨੂੰ ਪਤਾ ਸੀ ਕਿ ਇਹਨਾਂ ਦੇ ਜਿਉਂਦੇ ਜੀ ਫੈਡਰਲ ਰਿਜ਼ਰਵ ਹੋਂਦ ਵਿੱਚ ਆਉਣਾ ਅਤੇ ਜੰਗੀ ਸਕੀਮਾਂ ਦਾ ਕਾਮਯਾਬ ਹੋਣਾ ਨਾਮੁਮਕਿਨ ਸੀ। ਇਸੇ ਸਕੀਮ ਵਿੱਚ ਜਾਸੂਸੀ ਐਡਵਰਡ ਸਮਿਥ ਨੇ ਆਉਣਾ ਸੀ। ਉੱਤਰ ਐਟਲਾਂਟਿਕ ਸਮੁੰਦਰ ਦਾ ਸਭ ਤੋਂ ਵੱਧ ਤਜਰਬੇਕਾਰ ਜਹਾਜ਼ੀ ਕਪਤਾਨ। ਉਹ ਬੈਂਕਰ ਮਾਰਗਨ ਲਈ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਐਡਵਰਡ ਸਮਿਥ ਇੱਕ ਖਾਸ ਸ਼੍ਰੇਣੀ ਦਾ ਜਾਸੂਸੀ ਸੀ, ਜਿਸ ਨੇ ਚੋਗਾ ਨਹੀਂ ਸੀ ਪਾਉਣਾ। ਉਸ ਨੇ ਆਪਣੇ ਕਿੱਤੇ ਰਾਹੀਂ ਜਾਸੂਸੀ ਮੱਤ ਦੀ ਸੇਵਾ ਕਰਨੀ ਸੀ। ਅਜਿਹੇ ਜਾਸੂਸੀ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ, ਛੁਪ ਕੇ ਸੇਵਾ ਨਿਭਾਉਂਦੇ ਹਨ, ਜਾਨ ਤੱਕ ਨਿਸ਼ਾਵਰ ਕਰਦੇ ਹਨ। ਨੈਸ਼ਨਲ ਜੀਓਗ੍ਰਾਫਿਕ ਮੈਗਜ਼ੀਨ ਨੇ 9/11 ਸਤੰਬਰ ਦੀ ਨਿਊਯਾਰਕ ਦੀ ਸਰਕਾਰੀ ਕਾਰਵਾਈ ਉੱਤੇ ਪੂਰਨ ਪਰਦਾ ਪਾਇਆ, ਪਰ ਇਸ ਅਦਾਰੇ ਨੇ 1986 ਦੇ ਇੱਕ ਵੀਡੀਓ ਟੇਪ ਵਿੱਚ ਅਣਭੋਲ ਟਾਈਟੈਨਿਕ ਦੇ ਕੁਝ ਰਾਜ਼ ਖੋਲ੍ਹ ਦਿੱਤੇ। ਟੇਪ ਦਾ ਨਾਂ ਹੈ ਦ ਸੀਕ੍ਰੇਟਸ ਆਫ ਦ ਟਾਈਟੈਨਿਕ। ਜਦੋਂ ਟਾਈਟੈਨਿਕ 10 ਅਪ੍ਰੈਲ 1912 ਨੂੰ ਦੱਖਣੀ ਇੰਗਲੈਂਡ ਤੋਂ ਚੱਲਿਆ ਤਾਂ ਉਸ ਵਿੱਚ ਐਡਵਰਡ ਸਮਿਥ ਦਾ ਜਾਸੂਸੀ ਮਾਲਕ ਫਾਦਰ ਫਰਾਂਸਿਸ ਬਰਾਊਨ ਵੀ ਸੀ। ਇਹ ਫਾਦਰ ਰੋਮ ਦੇ ਜਾਸੂਸੀ ਨਿਜ਼ਾਮ ਦਾ ਆਇਰਲੈਂਡ ਅੰਦਰ ਸਿੱਧਾ ਸੰਪਰਕ ਰੱਖਣ ਵਾਲਾ ਕੁੱਲ ਸ਼ਕਤੀ ਵਾਲਾ ਜਾਸੂਸੀ ਸੀ। ਫਾਦਰ ਬਰਾਊਨ ਨੇ ਸਾਥੀ ਜਹਾਜ਼ ਸਵਾਰਾਂ ਦੀਆਂ ਫੋਟੋਆਂ ਵੀ ਖਿੱਚੀਆਂ, ਜਿਨ੍ਹਾਂ ਦਾ ਸਫ਼ਰ ਅਗਲੇ ਜਹਾਨ ਵੱਲ ਸੀ। ਅਗਲੇ ਦਿਨ ਕੁਈਨਜ਼ਟਾਊਨ ਆਇਰਲੈਂਡ ਦੇ ਅੰਦਰ ਆਖਰੀ ਸਟਾਪ ਸੀ। ਕਿਸਮਤ ਵਾਲਾ ਫਾਦਰ ਬਰਾਊਨ ਇੱਥੇ ਉਤਰ ਗਿਆ। ਉਸ ਸਮੇਂ ਫਾਦਰ ਬਰਾਊਨ ਨੇ ਟਾਈਟੈਨਿਕ ਦੇ ਬ੍ਰਿਜ ਤੇ ਖੜੇ ਕਪਤਾਨ ਸਮਿਥ ਨਾਲ ਨਜ਼ਰ ਮਿਲਾਈ, ਜੋ ਆਪਣੇ ਮੁਕੱਦਰ ਦੇ ਨਾਲ ਮਿਲਣ ਲਈ ਖੜਾ ਸੀ। ਧੋਖੇ ਦੀ ਮਹਾਨ ਮਿਸਾਲ। ਪ੍ਰਾਂਤੀ ਫਾਦਰ ਫਰਾਂਸਿਸ ਬਰਾਊਨ ਟਾਈਟੈਨਿਕ ਉੱਤੇ ਚੜ੍ਹਦਾ ਹੈ, ਸਭ ਸ਼ਿਕਾਰਾਂ ਦੀਆਂ ਤਸਵੀਰਾਂ ਖਿੱਚਦਾ ਹੈ,
ਕਪਤਾਨ ਸਮਿਥ ਨੂੰ ਪੂਰੀ ਤਸੱਲੀ ਦੇ ਨਾਲ ਚੁੱਕੀ ਸਹੁੰ ਦੀ ਯਾਦ ਦਿਵਾਉਂਦਾ ਹੈ ਅਤੇ ਅਗਲੇ ਦਿਨ ਅਲਵਿਦਾ ਕਹਿ ਕੇ ਉਤਰ ਜਾਂਦਾ ਹੈ। ਐਡਵਰਡ ਸਮਿਥ ਨੂੰ ਆਪਣੀ ਡਿਊਟੀ ਦਾ ਪਤਾ ਸੀ। ਸਮਿਥ ਨੇ ਜਹਾਜ਼ ਨੂੰ ਪੂਰੀ ਰਫ਼ਤਾਰ ਨਾਲ ਤੈਰਾਇਆ। ਚੰਦਰਮਾ ਰਹਿਤ ਕਾਲੀ ਰਾਤ ਵਿੱਚ, ਉਹ ਵੀ ਉਸ ਇਲਾਕੇ ਵਿੱਚ ਜੋ ਆਈਸਬਰਗਾਂ, ਬਰਫ਼ ਦੇ ਪਹਾੜ ਜੋ ਉੱਪਰੋਂ ਛੋਟੇ ਦਿਸਦੇ ਹਨ ਅਤੇ ਪਾਣੀ ਅੰਦਰ ਬਹੁਤ ਵੱਡੇ ਹੁੰਦੇ ਹਨ, ਦੇ ਨਾਲ ਭਰਿਆ ਹੋਇਆ ਸੀ। ਉਸ ਨੂੰ 8 ਤਾਰਾਂ ਵੀ ਭੇਜੀਆਂ ਗਈਆਂ ਕਿ ਉਹ ਜ਼ਿਆਦਾ ਸਾਵਧਾਨੀ ਵਰਤੇ, ਪਰ ਕਪਤਾਨ ਐਡਵਰਡ ਸਮਿਥ ਨੂੰ ਕਿਸ ਦੀ ਪਰਵਾਹ ਸੀ, ਜਦ ਕਿ ਉਸ ਨੇ ਸਾਖਸ਼ਾਤ ਭਗਵਾਨ ਤੋਂ ਜਹਾਜ਼ ਡੋਬਣ ਦੀ ਸੇਵਾ ਲਈ ਹੋਈ ਸੀ। ਜਹਾਜ਼ ਵਿੱਚ ਲਾਈਫ ਬੋਟ ਵੀ ਘੱਟ ਰੱਖੇ ਸਨ। ਜਦੋਂ ਔਰਤਾਂ ਅਤੇ ਬੱਚਿਆਂ ਨੂੰ ਉਤਾਰਿਆ ਗਿਆ ਤਾਂ ਬੇੜੀਆਂ ਅੱਧੀਆਂ ਹੀ ਭਰ ਕੇ ਪਰਾਂ ਕੀਤੀਆਂ ਗਈਆਂ। ਕਪਤਾਨ ਨੇ ਸ਼ਾਇਦ ਤਸੱਲੀ ਕੀਤੀ ਕਿ ਨਿਸ਼ਾਨੇ ਹੋਏ ਸ਼ਿਕਾਰ ਬਚ ਕੇ ਨਾ ਜਾਣ, ਉਹਨਾਂ ਦੀਆਂ ਬੀਵੀਆਂ ਬੇਸ਼ੱਕ ਨਿਕਲ ਜਾਣ। ਉਸ ਇਲਾਕੇ ਵਿੱਚੋਂ ਹੋਰ ਜਹਾਜ਼ ਵੀ ਲੰਘ ਰਹੇ ਸਨ। ਜਦੋਂ ਜਹਾਜ਼ ਉੱਤੇ ਕੋਈ ਭੀੜ ਹੁੰਦੀ ਹੈ ਤਾਂ ਲਾਲ ਰੰਗ ਦੀਆਂ ਰੌਸ਼ਨੀਆਂ ਹਵਾ ਵਿੱਚ ਦਾਗੀਆਂ ਜਾਂਦੀਆਂ ਹਨ, ਪਰ ਟਾਈਟੈਨਿਕ ਜਹਾਜ਼ ਵੱਲੋਂ ਸਫੈਦ ਰੌਸ਼ਨੀਆਂ ਦਾਗੀਆਂ ਗਈਆਂ ਤਾਂ ਜੋ ਹੋਰਨਾਂ ਜਹਾਜ਼ਾਂ ਨੂੰ ਇੰਜ ਲੱਗੇ ਕਿ ਕੋਈ ਪਾਰਟੀ ਹੋ ਰਹੀ ਹੈ ਅਤੇ ਉਹ ਮਦਦ ਉੱਤੇ ਨਾ ਆਉਣ। 20ਵੀਂ ਸਦੀ ਦਾ ਇਹ ਮਹਾਂ ਦੁਖਾਂਤ ਇਲਾਹੀ ਹੁਕਮਾਂ ਦੇ ਨਾਲ ਤੈਰਦੇ ਮਹੱਲ ਨੂੰ ਫੈਡਰਲ ਰਿਜ਼ਰਵ ਪ੍ਰਣਾਲੀ ਦੇ ਵਿਰੋਧੀ ਅਮੀਰਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਡੁੱਬ ਗਿਆ। ਰਸਤਾ ਸਾਫ਼ ਹੋ ਗਿਆ। ਦਸੰਬਰ 1913 ਵਿੱਚ ਯੂਨਾਈਟਿਡ ਸਟੇਟਸ ਨੇ ਆਪਣਾ ਖਜ਼ਾਨਾ ਪ੍ਰਾਈਵੇਟ ਬੈਂਕਰਾਂ ਨੂੰ ਲੁਟਾ ਦਿੱਤਾ, ਭਾਵ ਫੈਡਰਲ ਰਿਜ਼ਰਵ ਹੋਂਦ ਵਿੱਚ ਆ ਗਿਆ। ਅਗਲੇ 8 ਮਹੀਨਿਆਂ ਵਿੱਚ ਇਹਦੇ ਰਾਹੀਂ ਬੈਂਕਰਾਂ ਕੋਲ ਇੰਨਾ ਕੁ ਪੈਸਾ ਇਕੱਠਾ ਹੋ ਗਿਆ ਜਿਸ ਦੇ ਨਾਲ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਸਕੇ। ਰੌਥਚਾਈਲਡ ਅਤੇ ਮਿੱਤਰਾਂ ਵੱਲੋਂ ਟਾਈਟੈਨਿਕ ਦੀ ਕੇਵਲ ਇੱਕ ਹੀ ਸ਼ਤਰੰਜੀ ਚਾਲ ਦੇ ਨਾਲ ਕੁੱਲ ਦੁਨੀਆ ਦੇ ਇਤਿਹਾਸ ਦਾ ਮੂੰਹ ਮੁੜ ਗਿਆ। ਪੂਰੀ 20ਵੀਂ ਸਦੀ ਜੰਗ ਜਾਂ ਜੰਗੀ ਹਾਲਤ ਅੰਦਰੋਂ ਲੰਘੀ। ਬੇਅੰਤ ਕਰੋੜਾਂ ਲੋਕ ਜੰਗਾਂ ਦੀ ਭੇਟ ਹੋ ਗਏ। ਪੂਰੀ ਸਦੀ ਦੇ ਵੱਡੇ ਇਤਿਹਾਸਕਾਰ ਅਤੇ ਸੁਲਝੇ ਸਿਆਸਤਦਾਨ ਜੰਗਾਂ ਦੇ ਨਵੇਂ ਦੇਸ਼ਾਂ ਅੰਦਰ ਖਿਲਾਰ ਨੂੰ ਨਹੀਂ ਰੋਕ ਸਕੇ, ਸਗੋਂ ਉਹ ਆਪ ਮੁਹਾਰੇ ਬੈਂਕਰਾਂ ਦੇ ਹੱਥਾਂ ਵਿੱਚ ਪਾਲਤੂ ਕਤੂਰਿਆਂ ਵਾਂਗ ਉਹਨਾਂ ਦੇ ਇਸ਼ਾਰਿਆਂ ਉੱਤੇ ਭੌਂਕਦੇ ਅਤੇ ਵੱਢਦੇ ਰਹੇ ਹਨ। ਜਦੋਂ 11 ਸਤੰਬਰ 2001 ਨੂੰ ਨਿਊਯਾਰਕ ਦੇ ਜੋੜੇ ਟਾਵਰ ਉਡਾਏ ਗਏ ਤਾਂ ਇੱਕ ਜੁਰਮ ਉਸ ਤੋਂ ਵੀ ਵੱਡਾ ਹੋਰ ਕੀਤਾ ਗਿਆ। ਉਹ ਸੀ ਮਲਬੇ ਦੀ ਜਲਦੀ ਤੋਂ ਜਲਦੀ ਪੂਰਨ ਸਫਾਈ, ਤਾਂ ਜੋ ਇਸ ਭਿਆਨਕ ਜੁਰਮ ਦੀ ਖੋਜ ਨਾ ਹੋ ਸਕੇ, ਤਾਂ ਜੋ ਲੋਕਾਂ ਨੂੰ ਪਤਾ ਨਾ ਲੱਗੇ ਕਿ ਏਡੀਆਂ ਪੱਕੀਆਂ ਇਮਾਰਤਾਂ ਨੈਨੋ ਥਰਮਾਮਾਈਟ ਅਤੇ ਪਰਮਾਣੂ ਮਿੰਨੀ ਨਿਊਕਾਂ ਦੀ ਮਦਦ ਨਾਲ ਉਡਾਈਆਂ ਗਈਆਂ ਸਨ। ਤਾਂ ਵੀ ਸਾਇੰਸੀ ਢੰਗਾਂ ਤੇ ਖੋਜਾਂ ਨਾਲ ਸਿੱਧ ਹੋ ਗਿਆ ਅਤੇ ਇੰਟਰਨੈਟ ਰਾਹੀਂ ਲੋਕਾਂ ਤੱਕ ਪਹੁੰਚ ਗਿਆ ਕਿ ਇਮਾਰਤਾਂ ਕਿਵੇਂ ਤਬਾਹ ਕੀਤੀਆਂ ਗਈਆਂ। ਟਾਈਟੈਨਿਕ ਜਹਾਜ਼ ਡੁੱਬਿਆ ਕਿਹੜੇ ਥਾਂ, ਇਹ ਲੱਭਦਿਆਂ 72 ਸਾਲ ਲੱਗ ਗਏ। ਟਾਈਟੈਨਿਕ 2.5 ਮੀਲ ਡੂੰਘੇ ਸਮੁੰਦਰ ਦੇ ਫਰਸ਼ ਉੱਤੇ ਲੱਭ ਗਿਆ। ਨਵੇਂ ਉਪਕਰਨਾਂ ਅਤੇ ਉਪਗ੍ਰਹਿਾਂ ਦੇ ਰਾਹੀਂ ਅਜੇ ਤੱਕ ਇਹੀ ਕਹਾਣੀ ਚੱਲਦੀ ਰਹੀ ਹੈ ਅਤੇ ਸਿਵਾਏ ਖੋਜੀਆਂ ਦੇ ਇਹੀ ਮੰਨਿਆ ਜਾਂਦਾ ਹੈ ਕਿ ਜਹਾਜ਼ ਬਰਫ਼ ਪਹਾੜ ਨਾਲ ਟਕਰਾ ਕੇ ਡੁੱਬਿਆ। ਹਾਦਸਾ ਰਾਤ ਵੇਲੇ 11:40 ਤੇ ਹੋਇਆ। ਕੈਨੇਡਾ ਦੇ ਨਿਊ ਫਾਊਂਡਲੈਂਡ ਤੋਂ ਕਰੀਬ 400 ਮੀਲ ਦੂਰ। ਜਹਾਜ਼ੀ ਸਵਾਰ ਅਮਲੇ ਅਤੇ ਲੋਕਾਂ ਸਮੇਤ 2228 ਸਨ। ਕੇਵਲ 705 ਲੋਕ ਬਚਾਏ ਗਏ, ਜਦਕਿ 1523 ਲੋਕ ਬਰਫੀਲੇ ਪਾਣੀ ਅੰਦਰ ਠੰਡ ਨਾਲ ਮਰ ਗਏ। ਕੇਵਲ 20 ਲਾਈਫ ਬੋਟ ਵਰਤੇ ਜਾ ਸਕੇ। ਉੱਚ ਸ਼੍ਰੇਣੀ ਦੀਆਂ ਔਰਤਾਂ ਅਤੇ ਬੱਚੇ ਅਤੇ ਜਹਾਜ਼ ਦੇ ਕਰਮੀਆਂ ਵਿੱਚੋਂ ਜ਼ਿਆਦਾਤਰ ਬਚਾਏ ਜਾ ਸਕੇ, ਜਾਂ ਕਹਿ ਲਵੋ ਕਿ ਕਿਸੇ ਤਰਤੀਬ ਦੇ ਨਾਲ ਬਚਾਏ ਗਏ। ਟਾਈਟੈਨਿਕ ਤੇ ਡੁੱਬਣ ਦੀ ਖੋਟੀ ਕਹਾਣੀ ਬਾਰੇ ਸ਼ੱਕ ਸ਼ੁਰੂ ਤੋਂ ਹੀ ਪੈਣੇ ਸ਼ੁਰੂ ਹੋ ਗਏ ਸਨ। ਕਿਸੇ ਵੀ ਸਵਾਰੀ ਨੇ ਇਹ ਨਹੀਂ ਕਿਹਾ ਕਿ ਟਾਈਟੈਨਿਕ ਦੀ ਮਹਾਨ ਟੱਕਰ ਬਰਫ਼ ਪਹਾੜ ਨਾਲ ਹੋਈ ਹੈ। ਜੇ ਟੱਕਰ ਹੋਈ ਹੁੰਦੀ ਤਾਂ ਹਰ ਇੱਕ ਨੇ ਅੰਤਾਂ ਦਾ ਝਟਕਾ ਮਹਿਸੂਸ ਕਰਨਾ ਸੀ। ਹਰ ਖੁੱਲੀ ਚੀਜ਼ ਨੇ ਫਰਸ਼ ਉੱਤੇ ਠਾਹ ਪਟਕਣਾ ਸੀ, ਪਰ ਅਜਿਹਾ ਕਿਸੇ ਨੇ ਨਹੀਂ ਜਾਣਿਆ। ਅੱਜ ਇਸ ਦੁਖਾਂਤ ਬਾਰੇ ਹੋਰ ਵਾਕ ਵੀ ਇਕੱਠੀ ਹੋਈ ਹੈ। 1982 ਦੀ ਇੱਕ ਖੋਜ ਮੁਹਿੰਮ ਨੇ ਰੂਸੀ ਪਾਂਡੁਬਕਣੀ ਮੀਂਹ ਰਾਹੀਂ ਟਾਈਟੈਨਿਕ ਦੇ 2 ਟੋਟੇ ਲੱਭ ਗਏ। ਸੰਨ 2005 ਦੀ ਨਵੀਂ ਖੋਜ ਵਿੱਚ ਇੱਕ ਵਾਰ ਫਿਰ 2 ਆਜ਼ਾਦ ਖੋਜੀ ਚੈਟਰਸਨ ਅਤੇ ਕੋਹਲਰ ਰੂਸੀ
ਮੀਰ ਪਣਡੁੱਬਕਣੀ ਰਾਹੀਂ ਡੁੱਬੇ ਹੋਏ ਟਾਈਟੈਨਿਕ ਤੱਕ ਪਹੁੰਚ ਗਏ। ਉਹਨਾਂ ਨੇ ਵੇਖਿਆ ਕਿ ਟਾਈਟੈਨਿਕ ਦੇ ਪਹਿਲਾਂ ਜਾਣੇ ਹੋਏ 2 ਟੋਟਿਆਂ ਤੋਂ ਇਲਾਵਾ 2 ਟੋਟੇ ਹੋਰ ਵੀ ਸਨ। ਜਹਾਜ਼ ਦੇ ਥੱਲੇ ਦੇ ਇਹ 2 ਟੋਟੇ 2 ਪਾਸਿਆਂ ਅਤੇ ਪੁਛੜੇਰੇ ਭਾਗ ਨਾਲੋਂ ਅੱਡ ਸਨ ਨੇ ਖੋਜੀਆਂ ਨੂੰ ਸੋਚਣੇ ਲਾ ਦਿੱਤਾ। ਜਹਾਜ਼ ਤਾਂ ਆਈਸਬਰਗ ਨਾਲ ਚੰਗੀ ਤਰ੍ਹਾਂ ਖਇਆ ਵੀ ਨਹੀਂ, ਡੁੱਬਣ ਲੱਗਿਆਂ 4 ਟੋਟੇ ਕਿਵੇਂ ਹੋ ਗਏ? ਟਾਈਟੈਨਿਕ ਅੰਧਾ-ਧੁੰਦ ਰਫ਼ਤਾਰ ਨਾਲ ਚਲਾਇਆ ਦੱਸਿਆ ਗਿਆ। ਅਜਿਹਾ ਹੋ ਨਹੀਂ ਸਕਦਾ ਕਿਉਂਕਿ ਉਸ ਦੇ ਅੱਗੇ ਇੱਕ ਹੋਰ ਜਹਾਜ਼ ਕੁਨਾਰਡ ਚੱਲ ਰਿਹਾ ਸੀ। ਲੋਕਾਂ ਦੇ ਕਹਿਣ ਮੁਤਾਬਕ ਟਾਈਟੈਨਿਕ ਜਹਾਜ਼ ਆਈਸਬਰਗ ਦੇ ਕੋਲੋਂ ਹੀ ਲੰਘਿਆ। ਟੱਕਰ ਨਹੀਂ ਹੋਈ। ਝੱਟ ਹੀ ਪਿੱਛੋਂ ਇੱਕ ਭਿਆਨਕ ਲੀਕੇਜ ਸ਼ੁਰੂ ਹੋ ਗਈ, ਜਿਸ ਨਾਲ 5 ਵੱਡੇ ਪਾਣੀ ਰੋਕ ਹਵਾਈ ਖਾਨਿਆਂ ਅੰਦਰ ਪਾਣੀ ਭਰਨਾ ਸ਼ੁਰੂ ਹੋ ਗਿਆ। 2 ਘੰਟੇ 40 ਮਿੰਟ ਪਿੱਛੋਂ ਜਹਾਜ਼ ਆਪਣੇ ਅੱਗੇ ਦੇ ਉੱਤੇ ਘੁੰਮਿਆ ਅਤੇ ਪਾਣੀ ਦੇ ਅੰਦਰ ਡੁਬਕੀ ਮਾਰ ਗਿਆ। ਇਹ ਬਿਆਨ ਜਹਾਜ਼ ਦੇ ਪ੍ਰਥਮ ਅਫਸਰ ਨੇ ਇੱਕ ਅਮਰੀਕਨ ਅਦਾਲਤ ਅੱਗੇ ਦਿੱਤੇ। ਇੱਕ ਗੱਲ ਤਾਂ ਪੱਕੀ ਸੀ ਕਿ ਕਿਸੇ ਵਿਅਕਤੀ ਨੂੰ ਝਟਕਾ ਮਹਿਸੂਸ ਨਹੀਂ ਹੋਇਆ। ਇਹ ਵੀ ਕਹਿਣਾ ਮੁਸ਼ਕਲ ਹੈ ਕਿ ਕਪਤਾਨ ਐਡਵਰਡ ਸਮਿਥ ਜਿਹਾ ਜਾਣਕਾਰ ਜਹਾਜ਼ ਦੀ ਬਰਫ਼ ਨਾਲ ਟੱਕਰ ਕਰ ਸਕਦਾ ਸੀ। ਹੁਣ ਇਹ ਸਮਝਣਾ ਪਵੇਗਾ ਕਿ ਜੇ ਆਈਸਬਰਗ ਦੇ ਨਾਲ ਜਹਾਜ਼ ਛੂਹਿਆ ਹੀ ਨਹੀਂ ਤਾਂ 4 ਟੋਟੇ ਕਿਵੇਂ ਹੋ ਗਏ? ਇਹ ਟੋਟੇ ਥੱਲੇ ਤੋਂ ਹਨ, ਜਿਸ ਦੇ ਵਿੱਚ 1 ਇੰਚ ਮੋਟੀ ਸਟੀਲ ਦੀ ਚਾਦਰ ਦੇ ਨਾਲ ਚੌਰਸ ਖਾਨੇ ਬਣਾਏ ਗਏ ਸਨ। 2 ਤਹਿਾਂ ਵਿੱਚ ਥੱਲਾ ਬਣਿਆ ਹੋਇਆ ਸੀ, ਜਿਨ੍ਹਾਂ ਵਿਚਕਾਰ 5 ਫੁੱਟ ਦਾ ਫਾਸਲਾ ਸੀ। ਥੱਲੇ ਦੀਆਂ ਦੋਵੇਂ ਸਟੀਲ ਚਾਦਰਾਂ ਆਪੋ ਵਿੱਚ ਸਟੀਲ ਦੀਆਂ ਪਸਲੀਆਂ ਰਾਹੀਂ ਜੁੜੀਆਂ ਹੋਈਆਂ ਸਨ। ਜਹਾਜ਼ ਟੁੱਟਣ ਵੇਲੇ ਇੰਜ ਟੁੱਟਿਆ ਜਿਵੇਂ ਕਿਸੇ ਦਰਜੀ ਨੇ ਕੈਂਚੀ ਦੇ ਨਾਲ ਪਸਲੀਆਂ ਦੀ ਲਾਈਨ ਵਿੱਚ ਥੱਲੇ ਦੀਆਂ ਦੋਹਾਂ ਤਹਿਾਂ ਨੂੰ ਇੱਕ ਪਾਸਿਓਂ ਦੂਜੇ ਪਾਸੇ ਤੱਕ ਕੱਟ ਦਿੱਤਾ ਹੋਵੇ। ਸਮਝੋ ਇੱਕ ਦੋਹਰੇ ਥਾਣ ਨਾਲੋਂ ਕੱਪੜਾ ਚੀਰ ਦਿੱਤਾ ਹੋਵੇ। ਇਹ ਦੋਵੇਂ ਟੁਕੜੇ ਮਿਲ ਕੇ 30 ਫੁੱਟ ਲੰਬੇ ਅਤੇ 92 ਫੁੱਟ ਚੌੜੇ ਸਨ। ਜਹਾਜ਼ ਦੇ ਅਜਿਹੇ ਟੋਟੇ ਕਿਸੇ ਐਕਸੀਡੈਂਟ ਅੰਦਰ ਅਜਿਹੀ ਹੁਸ਼ਿਆਰੀ ਅਤੇ ਸਫਾਈ ਨਾਲ ਕਰਨ ਲਈ ਇੱਕੋ ਇੱਕ ਢੰਗ ਸੀ। ਉਹ ਸੀ ਥਾਂ ਟਿਕਾਣੇ ਸਿਰ ਫਟਣ ਵਾਲੀਆਂ ਅਤੇ ਇੰਜ ਕੱਟਣ ਵਾਲੀਆਂ ਸੁਰੰਗਾਂ ਦੀਆਂ ਕਤਾਰਾਂ ਜੋ 92 ਫੁੱਟ ਲੰਬੀਆਂ ਸਨ ਅਤੇ ਜਹਾਜ਼ ਦੇ ਸੱਜੇ ਅਤੇ ਖੱਬੇ ਨੂੰ ਮਿਲਾਉਂਦੀਆਂ ਸਨ। ਕੇਵਲ ਸਟੀਲ ਕੱਟਣ ਵਾਲੇ ਬਰੂਦੀ ਚਾਰਜ ਵਰਤੇ ਜਾਣੇ ਹੀ ਇਸ ਰਹੱਸਮਈ ਕਤਲ ਕਹਾਣੀ ਨੂੰ ਸਮਝਾ ਸਕਦੇ ਹਨ। ਅਖੀਰ ਉੱਤੇ ਇੱਕੋ ਹੀ ਗੱਲ ਬਾਕੀ ਰਹਿ ਗਈ। ਜਹਾਜ਼ ਅੰਦਰ ਫਿੱਟ ਕੀਤੀ ਫਟਾਕਾ ਬਰੂਦੀ ਸਮੱਗਰੀ ਨੂੰ ਉਡਾਉਣ ਲਈ ਸਵਿੱਚ ਕਿਸ ਦੇ ਕੋਲ ਸੀ? ਕਪਤਾਨ ਐਡਵਰਡ ਸਮਿਥ ਤੋਂ ਵੱਧ ਕੌਣ ਜਾਣਕਾਰ ਹੋ ਸਕਦਾ ਸੀ? ਇੰਜ ਲੱਗਦਾ ਹੈ ਕਿ ਸਕੀਮੀ ਬੈਂਕਰਾਂ ਦੇ ਹੱਥੋਂ ਜਸੂਹੀ ਲੋਕ ਵਰਤ ਲਏ ਗਏ। 1912 ਵਿੱਚ ਇਹ ਸੋਚਣਾ ਵੀ ਮੁਸ਼ਕਲ ਸੀ ਕਿ ਇੱਕ ਦਿਨ ਸਮੁੰਦਰ ਅੰਦਰਲੀ ਟੈਕਨੋਲੋਜੀ ਟਾਈਟੈਨਿਕ ਦੇ ਟੁਕੜੇ ਲੱਭ ਕੇ ਉਸ ਦੇ ਉਡਾਏ ਜਾਣ ਦਾ ਭੇਦ ਧਰਤੀ ਉੱਤੇ ਲੈ ਆਵੇਗੀ। ਅੱਜ ਧਰਤੀ ਦਾ ਲਗਾਤਾਰ ਸਾਹ ਘੁਟਾਈ ਜਾਂਦੇ ਬੈਂਕਰਾਂ ਦੇ ਇਤਿਹਾਸ ਬਾਰੇ ਜਿੰਨਾ ਵੀ ਜਾਣ ਲਈਏ ਥੋੜਾ ਹੈ। ਕਿਤਾਬ ਸੱਚ ਦੀ ਭਾਲ ਵਿੱਚ ਭਾਗ 5ਵਾਂ, ਲੇਖਕ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।